हाँ जी स्टूडेंट्स, ਅੱਜ ਅਸੀਂ ਆਪਣੀ +2 ਕਲਾਸ ਇੰਗਲਿਸ਼ ਇਲੈਕਟਿਵ ਦੇ 8ਵੇਂ ਚੈਪਟਰ ਦਾ ਹੈਰੀਟੇਜ ਆਫ ਇੰਡੀਆ, ਜਿਸ ਨੂੰ ਕਿ ਏ.ਐਲ. ਬੈਸ਼ਮ ਨੇ ਲਿਖਿਆ ਹੋਇਆ ਹੈ, ਇਸ ਚੈਪਟਰ ਦੀ ਕੰਪਰੀਹੈਂਸਿਵ ਐਨਾਲਿਸਿਸ ਅਤੇ ਐਕਸਪਲੇਨੇਸ਼ਨ ਕਵਰ ਕਰਾਂਗੇ। ਇਹ ਵੀਡੀਓ ਇਸ ਚੈਪਟਰ ਦੀ ਸੀਰੀਜ਼ ਦਾ ਸਾਡਾ ਪਹਿਲਾ ਵੀਡੀਓ ਹੋਏਗਾ। ਤਾਂ ਸਾਡਾ ਨੈਕਸਟ ਚੈਪਟਰ ਹੈ ਜੀ +2 ਕਲਾਸ ਇੰਗਲਿਸ਼ ਇਲੈਕਟਿਵ ਦਾ ਹੈਰੀਟੇਜ ਆਫ ਇੰਡੀਆ। 8th ਚੈਪਟਰ ਦਾ ਹੈਰੀਟੇਜ ਆਫ ਇੰਡੀਆ A.L. Basham ਦਾ ਲਿਖਿਆ ਹੋਇਆ ਹੈ। Now A.L. Basham is a British historian and scholar. ਬ੍ਰਿਟੇਨ ਨੂੰ ਕਿਹਾ ਜਾਂਦਾ, ਤਾਂ ਹਿਸਟੋਰੀਅਨ ਦਾ ਮਤਲਬ ਹੁੰਦਾ ਹੈ ਇਤਿਹਾਸਕਾਰ, ਸਕਾਲਰ ਜਿਹੜਾ ਲਰਨਡ ਪਰਸਨ ਹੁੰਦਾ ਹੈ, ਵਿਦਵਾਨ ਹੁੰਦਾ, ਉਹਨੂੰ ਆਪਾਂ ਕਹਿੰਦੇ ਹਾਂ। This extract has been taken from his book The Wonder That Was India। ਤਾਂ ਇਹਨਾਂ ਦੀ ਇੱਕ ਬੁੱਕ ਸੀਗੀ ਜੀ The Wonder That Was India, ਇਹ ਬੁੱਕ ਦਾ ਨਾਮ ਹੈ। ਇਹ ਬੁੱਕ ਦੇ ਵਿੱਚੋਂ ਇਹ ਐਕਸਟ੍ਰੈਕਟ ਲਿਆ ਹੋਇਆ ਹੈ। ਐਕਸਟ੍ਰੈਕਟ ਮੈਂ ਅੱਗੇ ਵੀ ਤੁਹਾਨੂੰ ਕਈ ਵਾਰੀ ਸਮਝਾਇਆ, ਜਿਹੜਾ ਛੋਟਾ ਹਿੱਸਾ ਹੁੰਦਾ ਹੈ ਕਿਸੇ ਵੱਡੇ ਵਰਕ ਦਾ, ਉਹਨੂੰ ਆਪਾਂ ਐਕਸਟ੍ਰੈਕਟ ਕਹਿੰਦੇ ਹਾਂ। ਤਾਂ ਉੱਥੋਂ ਲਿਆ ਹੋਇਆ। The book is a survey of Indian culture from the primitive village cultures in the secluded valleys of the Brohi Hills to the intellectual and spiritual turbulence of the age of the Buddha and the later invasions of the Muslims। ਤਾਂ ਜਿਹੜੀ ਇਹ ਬੁੱਕ ਹੈ, ਇਹਦੇ ਵਿੱਚ ਕੀ ਹੈ ਕਿ ਸਾਡੇ ਜਿਹੜਾ ਪ੍ਰਿਮਿਟਿਵ ਵਿਲੇਜ ਕਲਚਰ ਹੈ ਨਾ, ਪ੍ਰਿਮਿਟਿਵ ਦਾ ਮਤਲਬ ਹੁੰਦਾ ਹੈ ਪੁਰਾਤਨ, ਪੁਰਾਣੇ ਸਮੇਂ ਵਾਲਾ ਜਿਹੜਾ ਸਾਡਾ ਭਾਰਤ ਦਾ ਵਿਲੇਜ ਕਲਚਰ ਸੀ। ਦੇਖੋ ਸਾਡੇ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਜਿਹੜੀ ਸਾਡੀ ਕਲਚਰ ਹੈ, ਸੱਭਿਆਚਾਰ ਹੈ, ਉਹ ਪਿੰਡਾਂ ਤੋਂ ਹੀ ਸਟਾਰਟ ਹੋਇਆ ਹੈ, ਉਸ ਤੋਂ ਬਾਅਦ ਸ਼ਹਿਰ ਬਣੇ ਹੈ, ਉਸ ਦਾ ਸਰਵੇ ਹੈ, ਇਹ ਲੇਖਾ ਜੋਖਾ ਹੈ। ਤੇ ਇਹ ਕਲਚਰ ਕਿੱਥੇ ਪਨਪਿਆ ਜੀ? ਬਰੋਹੀ ਹਿਲਸ ਹੈ ਜੀ, ਉਹਦੇ ਵਿੱਚ ਪਨਪਿਆ। ਵੈਸੇ ਵੀ ਤੁਹਾਨੂੰ ਦੱਸਦਾ, ਜਿਹੜੀਆਂ ਬਰੋਹੀ ਹਿਲਸ ਹੈ ਨਾ, ਇਹ ਬਲੋਚਿਸਤਾਨ ਦੇ ਏਰੀਏ 'ਚ ਹੈ। ਬਲੋਚਿਸਤਾਨ ਸਮਝਦੇ ਹੋ, ਸੁਣਿਆ ਹੋਣਾ, ਹੁਣ ਪਾਕਿਸਤਾਨ ਚਲਾ ਗਿਆ ਇਲਾਕਾ, ਤਾਂ ਬਲੋਚਿਸਤਾਨ ਦਾ ਜਿਹੜਾ ਏਰੀਆ ਹੈ ਉਹਦੇ ਵਿੱਚ ਇਹ ਹਿਲਸ ਆਉਂਦੀਆਂ ਨੇ। ਤਾਂ ਉੱਥੇ ਦੀਆਂ ਸਿਕਲੂਡਡ ਵੈਲੀਜ਼ ਹੈ। ਸਿਕਲੂਡਡ ਦਾ ਮਤਲਬ ਹੁੰਦਾ ਜਿਹੜੀਆਂ ਅਲੱਗ ਜੀਆਂ ਹੁੰਦੀਆਂ ਨੇ, ਰਿਮੋਟ ਜੀਆਂ ਹੁੰਦੀਆਂ ਨੇ, ਸੁਨਸਾਨ ਜੀਆਂ, ਹੈ ਨਾ, ਉਹਨਾਂ ਨੂੰ ਆਪਾਂ ਵੈਲੀਜ਼ ਉਹ ਵਾਲੀਆਂ ਨੂੰ ਕਹਿੰਦੇ ਆ। ਅਤੇ ਉਸ ਸਮੇਂ ਏਜ ਆਫ ਬੁੱਧਾ ਚੱਲ ਰਹੀ ਸੀਗੀ, ਮਤਲਬ ਕਿ ਬੁੱਧ ਵਾਲਾ ਪੀਰੀਅਡ ਚੱਲ ਰਿਹਾ ਸੀ, ਗੌਤਮ ਬੁੱਧ ਵਾਲਾ। ਤੇ ਉਸ ਸਮੇਂ ਸਪਿਰਿਚੁਅਲ ਟਰਬੂਲੈਂਸ ਛਾਈ ਹੋਈ ਸੀ। ਟਰਬੂਲੈਂਸ ਦਾ ਮਤਲਬ ਹੁੰਦਾ ਹੈ ਰੌਲਾ ਰੱਪਾ, ਜਿਹਨੂੰ ਆਪਾਂ ਕਹਿੰਦੇ ਹਾਂ। ਤੇ ਸਪਿਰਿਚੁਅਲ, ਆਤਮਿਕ, ਉਸ ਟਾਈਮ ਗੌਤਮ ਬੁੱਧ ਦਾ ਟਾਈਮ ਸੀਗਾ, ਤਾਂ ਲੋਕਾਂ ਦੇ ਵਿੱਚ ਥੋੜੀ ਜਿਹੀ ਚੇਤਨਾ ਆ ਰਹੀ ਸੀ, ਆਤਮਿਕ ਤੌਰ ਤੇ ਉਹ ਬਦਲ ਰਹੇ ਸੀਗੇ। ਉਸ ਹਿਸਾਬ ਨਾਲ ਥੋੜੀ ਟਰਬੂਲੈਂਸ, ਥੋੜੀ ਜਿਹੀ ਮਤਲਬ ਰੌਲਾ ਰੱਪਾ ਜਿਹਾ ਚੱਲ ਰਿਹਾ ਸੀ। ਅਤੇ ਉਹਨਾਂ ਦਿਨਾਂ ਦੇ ਵਿੱਚ ਬਾਅਦ 'ਚ ਮੁਸਲਿਮਸ ਨੇ ਵੀ ਸਾਡੇ ਤੇ ਇਨਵੇਜ਼ਨਸ ਕੀਤੇ, ਹਮਲੇ ਕੀਤੇ। ਤਾਂ ਇਹ ਸਾਰੀਆਂ ਚੀਜ਼ਾਂ ਦਾ ਲੇਖਾ ਜੋਖਾ ਕਿਸ ਬੁੱਕ 'ਚ ਹੈ ਜੀ? ਦਾ ਵੰਡਰ ਦੈਟ ਵਾਜ਼ ਇੰਡੀਆ। ਇਹ ਬੁੱਕ ਸੀਗੀ ਜਿਸ ਬੁੱਕ ਦੇ ਵਿੱਚੋਂ ਇਹ ਵਾਲਾ ਜਿਹੜਾ ਚੈਪਟਰ ਹੈ ਤੁਹਾਡਾ ਲਿਆ ਗਿਆ, ਐਕਸਟ੍ਰੈਕਟ ਲਿਆ ਗਿਆ। ਤਾਂ ਇਹ ਕੁਐਸਚਨ ਯਾਦ ਰੱਖਣਾ ਹੈ। A.L. ਬੈਸ਼ਮ ਦੀ ਕਿਹੜੀ ਬੁੱਕ ਹੈ ਜੀ? ਦਾ ਵੰਡਰ ਦੈਟ ਵਾਜ਼ ਇੰਡੀਆ, ਜਿਹਦੇ ਵਿੱਚੋਂ ਦੀ ਇਹ ਚੈਪਟਰ ਲਿਆ ਗਿਆ। ਤੇ ਇਹ ਜਿਹੜੀ ਬੁੱਕ ਹੈ, ਇਹਦੇ ਵਿੱਚ ਸਾਡੇ ਇੰਡੀਅਨ ਕਲਚਰ ਦਾ ਲੇਖਾ ਜੋਖਾ ਹੈ, ਸਰਵੇ ਹੈ, ਜਿਸ ਦੇ ਵਿੱਚ ਏਜ ਆਫ ਬੁੱਧਾ ਦਾ ਜ਼ਿਕਰ ਹੈ, ਉਸ ਸਮੇਂ ਕਿਸ ਤਰ੍ਹਾਂ ਸਪਿਰਿਚੁਅਲ ਟਰਬੂਲੈਂਸ ਚੱਲ ਰਹੀ ਸੀ, ਤੇ ਬਾਅਦ ਦੇ ਵਿੱਚ ਜਦੋਂ ਮੁਸਲਿਮ ਇਨਵੇਜ਼ਨਸ ਹੋਈਆਂ ਨੇ ਤਾਂ ਉਹਨਾਂ ਦਾ ਜ਼ਿਕਰ। ਸਟੂਡੈਂਟਸ, ਮੈਂ ਦੱਸਣਾ ਚਾਹਾਂਗਾ ਕਿ ਅਸੀਂ ਆਲਰੇਡੀ +2 ਕਲਾਸ ਇੰਗਲਿਸ਼ ਇਲੈਕਟਿਵ ਦੇ ਟਰਮ 1 ਦੇ ਸਿਲੇਬਸ ਦੇ ਬਹੁਤ ਸਾਰੇ ਚੈਪਟਰਸ ਕਵਰ ਕਰ ਲਏ ਨੇ, ਜਿਨ੍ਹਾਂ ਦੇ ਵਿੱਚ ਤੁਹਾਡੀ ਪਹਿਲੀ ਬੁੱਕ ਡੀਅਰ ਟੂ ਆਲ ਦਾ ਮਿਊਜ਼ਿਸ ਦਾ ਪਹਿਲਾ ਚੈਪਟਰ ਵਾਰੀਅਰ ਅਗੇਂਸਟ ਵੀਡਸ, ਦੂਸਰਾ ਚੈਪਟਰ ਆ ਮੋਸਟ ਫੋਰਗਿਵਿੰਗ ਏਪ, ਤੀਸਰਾ ਚੈਪਟਰ ਆ ਯੰਗ ਟਰਕਿਸ਼ ਕੈਟਾਸਟ੍ਰਫੀ, ਚੌਥਾ ਚੈਪਟਰ ਆ ਟਾਈਨੀ ਸੈਂਚੁਰੀ, ਪੰਜਵਾਂ ਚੈਪਟਰ ਮਨੋਮਜਰਾ ਅਤੇ ਛੇਵਾਂ ਚੈਪਟਰ ਜਮਾਇਕਨ ਫਰੈਗਮੈਂਟ ਸ਼ਾਮਿਲ ਨੇ। ਅਸੀਂ ਇਹਨਾਂ ਸਾਰੇ ਚੈਪਟਰਸ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ, ਐਨਾਲਿਸਿਸ ਅਤੇ ਕੁਐਸਚਨ ਆਨਸਰਸ ਦੇ ਵੀਡੀਓ ਕਵਰ ਕਰ ਲਏ ਨੇ। ਇਸੇ ਤਰ੍ਹਾਂ ਤੁਹਾਡੀ ਦੂਸਰੀ ਬੁੱਕ ਦਾ ਲਿਟਰੇਰੀ ਪੈਟਰਨਸ ਦੇ ਕਾਫੀ ਚੈਪਟਰ, ਜਿਵੇਂ ਕਿ ਪਹਿਲਾ ਚੈਪਟਰ ਹਿੰਦ ਕੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ, ਚੌਥਾ ਚੈਪਟਰ ਦਾ ਗੈਂਬਲਿੰਗ ਮੈਚ, ਸੱਤਵਾਂ ਚੈਪਟਰ ਦਾ ਇਟਰਨਲ ਵਾਈ, ਇਹਨਾਂ ਚੈਪਟਰਾਂ ਦੀ ਅਸੀਂ ਕੰਪਰੀਹੈਂਸਿਵ ਐਕਸਪਲੇਨੇਸ਼ਨ, ਐਨਾਲਿਸਿਸ ਅਤੇ ਕੁਐਸਚਨ ਆਨਸਰਸ ਕਵਰ ਕਰ ਲਈ ਹੈ। ਇਸੇ ਤਰ੍ਹਾਂ ਇਸ ਬੁੱਕ ਦੇ ਵਿੱਚ ਮੌਜੂਦ ਕਈ ਪੋਇਮਸ, ਜਿਵੇਂ ਕਿ ਪਹਿਲੀ ਪੋਇਮ ਬਾਰਡਰ ਗਾਰਡਸ, ਦੂਸਰੀ ਪੋਇਮ ਮਾਈ ਹਾਰਟ ਲੀਪਸ ਵੈਨ ਆਈ ਬਿਹੋਲਡ, ਤੀਸਰੀ ਪੋਇਮ ਦਾ ਕੁਆਲਿਟੀ ਆਫ ਮਰਸੀ ਅਤੇ ਚੌਥੀ ਪੋਇਮ ਦਾ ਫੈਂਸੀ ਡਰੈਸ ਸ਼ੋ, ਇਹਨਾਂ ਸਾਰੀਆਂ ਪੋਇਮਸ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਪੈਰਾਫਰੇਜ਼ ਅਤੇ ਨਾਲ ਹੀ ਇਹਨਾਂ ਦੇ ਕੁਐਸਚਨ ਆਨਸਰਸ ਕਵਰ ਕਰ ਲਏ ਨੇ। ਉਮੀਦ ਹੈ ਸਟੂਡੈਂਟ ਤੁਸੀਂ ਇਹ ਸਾਰੇ ਵੀਡੀਓ ਜ਼ਰੂਰ ਦੇਖੇ ਹੋਣਗੇ। ਜੇਕਰ ਤੁਹਾਡਾ ਕੋਈ ਵੀ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ +2 ਕਲਾਸ ਇੰਗਲਿਸ਼ ਇਲੈਕਟਿਵ ਦੀ ਪਲੇਲਿਸਟ ਦਾ ਲਿੰਕ ਸ਼ੇਅਰ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਸਾਰੇ ਵੀਡੀਓਜ਼ ਦੇਖ ਸਕਦੇ ਹੋ। ਤਾਂ ਫਸਟ ਪੈਰਾ ਹੈ ਜੀ ਕਿ ਰਾਜਾ ਰਾਮ
Mohan Roy had founded the theme with his passionate advocacy of social reform. ਤਾਂ ਪਹਿਲੇ ਪੈਰੇ ਦੇ ਵਿੱਚ ਹੀ ਬੇਟਾ ਦੇਖੋ ਇੱਕ ਬਹੁਤ ਹੀ ਮਹਾਨ ਇਨਸਾਨ ਰਾਜਾ ਰਾਮ ਮੋਹਨ ਰਾਏ ਦਾ ਨਾਮ ਆਇਆ। ਤੁਸੀਂ ਇਹਨਾਂ ਨੂੰ ਜਾਣਦੇ ਹੋ, ਹਿਸਟਰੀ ਦੇ ਵਿੱਚ ਪੜ੍ਹਿਆ। ਤਾਂ ਉਹਨਾਂ ਨੇ ਸੋਸ਼ਲ ਰਿਫਾਰਮ ਦਾ ਮਤਲਬ ਹੁੰਦਾ ਹੈ ਜਿਹੜੇ ਆਪਾਂ ਸਮਾਜ ਦੇ ਵਿੱਚ ਸੁਧਾਰ ਲੈ ਕੇ ਆਉਣੇ। ਰਿਫਾਰਮ ਦਾ ਮਤਲਬ ਹੁੰਦਾ ਸੁਧਾਰ, ਸੋਸ਼ਲ ਸਮਾਜਿਕ ਸੁਧਾਰ। ਜਿਹੜੇ ਸਮਾਜਿਕ ਸੁਧਾਰ ਸੀਗੇ ਨਾ ਉਹਨਾਂ ਦੇ ਵਿੱਚ ਉਹਨਾਂ ਨੇ ਬਹੁਤ ਹੀ ਪੈਸ਼ਨੇਟ ਮਤਲਬ ਪੂਰਾ ਮਨ ਲਾ ਕੇ ਸਮਾਜ ਦੇ ਵਿੱਚ ਸੁਧਾਰ ਲਿਆਉਣ ਦੀ ਪੂਰੀ ਐਡਵੋਕੇਸੀ ਕੀਤੀ, ਵਕਾਲਤ ਕੀਤੀ। ਐਡਵੋਕੇਸੀ ਦਾ ਮਤਲਬ ਹੁੰਦਾ ਵਕਾਲਤ ਕਰਨੀ। ਤਾਂ ਉਹਨਾਂ ਨੇ ਇਹ ਚੀਜ਼ ਦੀ ਸ਼ੁਰੂਆਤ ਕੀਤੀ ਸੀ ਰਾਜਾ ਰਾਮ ਮੋਹਨ ਰਾਏ। ਤੁਹਾਨੂੰ ਯਾਦ ਹੋਣਾ ਰਾਜਾ ਰਾਮ ਮੋਹਨ ਰਾਏ ਨੇ ਸਤੀ ਪ੍ਰਥਾ ਦੇ ਖਾਤਮੇ ਦੇ ਲਈ ਬਹੁਤ ਵੱਡਾ ਯੋਗਦਾਨ ਪਾਇਆ ਸੀ। ਉਸ ਤੋਂ ਬਾਅਦ ਇੱਕ ਹੋਰ ਦੇਖੋ ਸਮਾਜ ਸੁਧਾਰਕ ਦਾ ਨਾਮ ਆਇਆ ਵਿਵੇਕਾਨੰਦ। ਵਿਵੇਕਾਨੰਦ repeated it with a more nationalist timber when he declared that the highest form of the service of the great mother was social service। ਵਿਵੇਕਾਨੰਦ ਜੀ ਨੇ ਥੋੜਾ ਜਿਹਾ ਨਾ ਇਸ ਨੂੰ ਰਾਸ਼ਟਰੀ ਮੁੱਦਾ ਬਣਾਤਾ ਸੀਗਾ ਕਿ ਆਪਾਂ ਸਮਾਜ ਨੂੰ ਜੇ ਸੁਧਾਰ ਸੋਸ਼ਲ ਰਿਫਾਰਮ ਕਰਨੇ ਹੈ ਤਾਂ ਇਹ ਨੇਸ਼ਨ ਦੇ ਤੌਰ ਤੇ ਹੋਣਾ ਚਾਹੀਦਾ, ਪੂਰੇ ਦੇਸ਼ 'ਚ ਹੋਣਾ ਚਾਹੀਦਾ। ਇੱਥੇ ਦੇਖੋ ਤਾਂ ਹੀ ਨੈਸ਼ਨਲਿਸਟ ਟਿੰਬਰ ਪਾਇਆ। ਨੈਸ਼ਨਲਿਸਟ ਨੇਸ਼ਨ ਸ਼ਬਦ ਤੋਂ ਹੀ ਬਣਿਆ, ਨੇਸ਼ਨ ਤੋਂ ਨੈਸ਼ਨਲਿਸਟ ਬਣਦਾ ਹੈ। ਟਿੰਬਰ ਦਾ ਮਤਲਬ ਹੁੰਦਾ ਹੈ ਸਪੈਸ਼ਲ ਕੁਆਲਿਟੀ ਆਫ ਸਾਊਂਡ। ਜਿਵੇਂ ਸਾਊਂਡ ਦੀ ਕੋਈ ਕੁਆਲਿਟੀ ਹੁੰਦੀ ਹੈ ਨਾ ਤਾਂ ਉਹਨੂੰ ਆਪਾਂ ਟਿੰਬਰ ਕਹਿੰਦੇ ਆ। ਤਾਂ ਉਹਨਾਂ ਨੇ ਇੱਕ ਤਰੀਕੇ ਦੀ ਇੱਥੇ ਮਤਲਬ ਇੱਥੇ ਸਾਊਂਡ ਵਾਲੀ ਗੱਲ ਨਹੀਂ ਹੈ, ਇੱਥੇ ਇਹ ਕਹਿਣਾ ਚਾਹ ਰਿਹਾ ਹੈ ਰਾਈਟਰ ਕਿ ਵਿਵੇਕਾਨੰਦ ਨੇ ਇੱਕ ਸਪੈਸ਼ਲ ਕੁਆਲਿਟੀ ਦਿੱਤੀ ਸੋਸ਼ਲ ਰਿਫਾਰਮ ਨੂੰ। ਉਹਨਾਂ ਨੇ ਡਿਕਲੇਅਰ ਕੀਤਾ ਕਿ ਜੇਕਰ ਅਸੀਂ ਆਪਣੀ ਗ੍ਰੇਟ ਮਦਰ ਦੀ ਸੇਵਾ ਕਰਨੀ ਹੈ ਨਾ, ਇੱਥੇ ਗ੍ਰੇਟ ਮਦਰ ਦੀ ਜੀ ਵੱਡੀ ਹੈ, ਐਮ ਵੱਡੀ ਹੈ। ਤਾਂ ਜੀ ਤੇ ਐਮ ਵੱਡਾ ਹੋਣ ਕਰਕੇ ਇੱਥੇ ਕਿਸੇ ਮਦਰ ਦੀ ਗੱਲ ਨਹੀਂ ਹੋ ਰਹੀ, ਇੱਥੇ ਭਾਰਤ ਮਾਂ ਦੀ ਗੱਲ ਹੋ ਰਹੀ ਹੈ। ਤੇ ਗ੍ਰੇਟ ਮਦਰ ਤੁਹਾਡੇ ਵੋਕੈਬਲਰੀ ਵਿੱਚ ਵੀ ਹੈ, ਆ ਦੇਖੋ ਨੋਟਸ ਦੇ ਵਿੱਚ ਹੈ, ਦਾ ਗ੍ਰੇਟ ਮਦਰ ਰੈਫਰੈਂਸ ਟੂ ਮਦਰ ਇੰਡੀਆ। ਤਾਂ ਉਹਨੇ ਕਿਹਾ ਸੀਗਾ ਕਹਿੰਦੇ ਜੇਕਰ ਅਸੀਂ ਇਸ ਤਰ੍ਹਾਂ ਸੋਸ਼ਲ ਰਿਫਾਰਮ ਕਰਦੇ ਹਾਂ ਤਾਂ ਇਹ ਸਭ ਤੋਂ ਵੱਡੀ ਸੇਵਾ ਹੋਏਗੀ ਕਿਹਦੇ ਲਈ? ਭਾਰਤ ਮਾਤਾ ਲਈ, great mother ਲਈ। Other great Indians, chief of whom was Mahatma Gandhi, developed the theme of social service as a religious duty and the development continues under Gandhi's successors। ਇੱਕ ਹੋਰ ਤੀਸਰੇ ਸਮਾਜ ਸੁਧਾਰਕ ਦਾ ਨਾਮ ਆਇਆ ਜਿਹਦਾ ਨਾਮ ਹੈ ਜੀ ਮਹਾਤਮਾ ਗਾਂਧੀ। ਇੱਕ ਹੋਰ ਮਹਾਨ ਭਾਰਤੀ ਜਿਨ੍ਹਾਂ ਦੇ ਵਿੱਚੋਂ ਅਸੀਂ ਮਹਾਤਮਾ ਗਾਂਧੀ ਦਾ ਨਾਮ ਲੈ ਸਕਦੇ ਹਾਂ। ਉਹਨਾਂ ਨੇ ਵੀ ਸੋਸ਼ਲ ਸਰਵਿਸ ਨੂੰ ਇੱਕ ਰਿਲੀਜੀਅਸ ਡਿਊਟੀ ਸਮਝਿਆ ਕਿ ਸਮਾਜ ਸੁਧਾਰ ਕਰਨ ਦੀ ਜਿਹੜਾ ਸੇਵਾ ਹੈ ਇਹ ਸਾਡੀ ਧਰਮ ਨਾਲ ਜੁੜੀ ਹੋਈ ਹੈ। ਅਤੇ ਫਿਰ ਇਹੀ ਡਿਵੈਲਪਮੈਂਟ ਜਿਹੜੀ ਗਾਂਧੀ ਜੀ ਨੇ ਚਲਾਈ ਸੀ ਕਿ ਅਸੀਂ ਰਿਲੀਜੀਅਸ ਡਿਊਟੀ ਹੈ ਸਾਡੀ, ਇਹ ਅੱਗੇ ਵੀ ਚੱਲਦੀ ਰਹੀ। ਗਾਂਧੀ ਦੇ ਸਕਸੈਸਰ ਦਾ ਮਤਲਬ ਹੁੰਦਾ ਬਾਅਦ ਵਾਲੇ ਜਿਹੜੇ ਆਏ ਬੰਦੇ ਗਾਂਧੀ ਜੀ ਤੋਂ, ਉਹਨਾਂ ਦੇ ਨਾਲ ਵੀ ਇਹ ਚੀਜ਼ ਜੁੜੀ ਰਹੀ। ਪਹਿਲਾ ਜਿਹੜਾ ਪੈਰਾ ਬੇਟਾ ਇਸ ਦੇ ਵਿੱਚ 3 ਸੋਸ਼ਲ ਰਿਫਾਰਮਰਸ ਦਾ ਜ਼ਿਕਰ ਆਇਆ ਹੈ। ਪਹਿਲੇ ਹੈ ਜੀ ਰਾਜਾ ਰਾਮ ਮੋਹਨ ਰਾਏ, ਦੂਜੇ ਨੇ ਜੀ ਵਿਵੇਕਾਨੰਦ, ਤੀਸਰੇ ਨੇ ਮਹਾਤਮਾ ਗਾਂਧੀ। ਰਾਜਾ ਰਾਮ ਮੋਹਨ ਰਾਏ ਨੇ ਸੋਸ਼ਲ ਰਿਫਾਰਮ ਦਾ ਬੇਸ ਬਣਾਇਆ। ਉਹਨਾਂ ਨੇ ਸਥਾਪਨਾ ਕੀਤੀ, ਫਾਊਂਡ ਕੀਤਾ। ਫਾਊਂਡ ਦਾ ਮਤਲਬ ਹੁੰਦਾ ਹੈ ਸਥਾਪਨਾ ਕਰਨੀ। ਉਹਨਾਂ ਨੇ ਸੋਸ਼ਲ ਰਿਫਾਰਮ ਸਮਾਜ 'ਚ ਆਪਾਂ ਲੈ ਕੇ ਆਈਏ ਇਸ ਗੱਲ ਦੀ ਸਥਾਪਨਾ ਕੀਤੀ। ਉਸ ਨੂੰ ਅੱਗੇ ਕੌਣ ਲੈ ਕੇ ਗਿਆ? ਵਿਵੇਕਾਨੰਦ ਜੀ। ਵਿਵੇਕਾਨੰਦ ਜੀ ਨੇ ਸੋਸ਼ਲ ਰਿਫਾਰਮਸ ਨੂੰ ਇੱਕ ਰਾਸ਼ਟਰੀ ਪਛਾਣ ਦਿੱਤੀ, ਨੈਸ਼ਨਲਿਸਟ ਟਿੰਬਰ ਦਿੱਤਾ ਕਿ ਉਹਨੂੰ ਬਜਾਏ ਆਪਾਂ ਇੱਕ ਇਲਾਕੇ ਤੱਕ ਲੈ ਕੇ ਜਾਈਏ, ਉਹਨਾਂ ਨੂੰ ਆਪਾਂ ਇੱਕ ਪੂਰੇ ਦੇਸ਼ ਦੇ ਵਿੱਚ ਆਪਾਂ ਲਾਗੂ ਕਰੀਏ। ਤਾਂ ਇਹ ਚੀਜ਼ ਵਿਵੇਕਾਨੰਦ ਜੀ ਨੇ ਦੱਸੀ। ਮਹਾਤਮਾ ਗਾਂਧੀ ਜੀ ਨੇ ਇੱਕ ਚੀਜ਼ ਹੋਰ ਦੱਸੀ ਕਿ ਸੋਸ਼ਲ ਰਿਫਾਰਮਸ ਹੈ ਜਿਹੜੇ ਇਹ ਸਾਡੀ ਕੀ ਹੈ? ਰਿਲੀਜੀਅਸ ਡਿਊਟੀ ਹੈ ਇਹ। ਤਾਂ ਇਹ ਚੀਜ਼ਾਂ ਦਾ ਖਿਆਲ ਕਰਿਆ ਕਰੋ। ਪੈਰੇ ਦੇ ਵਿੱਚ ਤੁਹਾਨੂੰ ਦੱਸਿਆ ਕੀ ਗਿਆ, ਤੁਹਾਡੇ ਕੁਐਸਚਨਸ ਐਵੇਂ ਬਣਦੇ ਹੁੰਦੇ ਨੇ। ਹਾਂਜੀ, ਸੈਕਿੰਡ ਪੈਰਾਗ੍ਰਾਫ, ਮਹਾਤਮਾ ਗਾਂਧੀ ਵਾਸ ਲੁਕਡ ਔਨ ਬਾਈ ਮੈਨੀ both Indian and European as the epitome of Hindu tradition, but this is a false judgment for he was much influenced by Western ideas। ਤਾਂ ਅਸੀਂ ਪਹਿਲੇ ਪੈਰੇ 'ਚ ਦੇਖਿਆ ਸੀ ਕਿ ਮਹਾਤਮਾ ਗਾਂਧੀ ਦਾ ਨਾਮ ਆਇਆ ਸੀ। ਤਾਂ ਮਹਾਤਮਾ ਗਾਂਧੀ ਨੂੰ ਦੇਖਿਆ ਜਾਂਦਾ ਹੈ ਕਈਆਂ ਦੁਆਰਾ। ਲੁੱਕ ਔਨ ਦਾ ਮਤਲਬ ਹੁੰਦਾ ਦੇਖਿਆ ਜਾਣਾ। ਹੁਣ ਉਹਨਾਂ ਚੋਂ ਕਈ ਕੌਣ ਨੇ? ਇੰਡੀਅਨ ਵੀ ਨੇ, ਯੂਰੋਪੀਅਨ ਵੀ ਨੇ। ਯੂਰਪ ਦੇਸ਼ ਦੇ ਜਿਹੜੇ ਵਸਨੀਕ ਹੈ ਆਪਾਂ ਉਹਨਾਂ ਨੂੰ ਯੂਰੋਪੀਅਨ ਕਹਿੰਦੇ ਆ। ਕਿਵੇਂ ਦੇਖਿਆ ਜਾਂਦਾ ਹੈ? ਐਜ਼ ਦਾ ਇਪਿਟਮੀ ਆਫ ਹਿੰਦੂ ਟ੍ਰੈਡੀਸ਼ਨ। ਇੱਕ ਸ਼ਬਦ ਹੈ ਤੁਹਾਡੇ ਲਈ, ਵਰਡ ਨਵਾਂ ਸ਼ਬਦ ਹੈ ਇਪਿਟਮੀ। ਨਾ ਇਪਿਟਮੀ ਦਾ ਮਤਲਬ ਹੁੰਦਾ ਹੈ ਵੀ ਇੱਕ ਤਰ੍ਹਾਂ ਦੀ ਐਗਜ਼ਾਮਪਲ ਹੁੰਦੀ ਹੈ ਇਪਿਟਮੀ, ਉਦਾਹਰਨ। ਐਗਜ਼ਾਮਪਲ ਨੂੰ ਆਪਾਂ ਇਪਿਟਮੀ ਕਹਿ ਦਿੰਦੇ ਹਾਂ। ਇੱਕ ਬਹੁਤ ਹੀ ਵਧੀਆ ਐਗਜ਼ਾਮਪਲ ਨੂੰ ਆਪਾਂ ਇਪਿਟਮੀ ਕਹਿੰਦੇ ਹਾਂ।
ਤਾਂ ਹਿੰਦੂ ਟ੍ਰੈਡੀਸ਼ਨ ਦਾ ਮਤਲਬ ਜਿਹੜਾ ਹਿੰਦੂ ਰੀਤੀ ਰਿਵਾਜ ਹੈ, ਹਿੰਦੂ ਧਰਮ ਦੇ ਜਿਹੜੇ ਰੀਤੀ ਰਿਵਾਜ ਹੈ ਉਹਨਾਂ ਦੀ ਇਪਿਟਮੀ ਮੰਨਿਆ ਜਾਂਦਾ ਹੈ। ਕਿਸ ਨੂੰ? ਮਹਾਤਮਾ ਗਾਂਧੀ ਨੂੰ। ਕੌਣ ਮੰਨਦਾ ਹੈ? ਯੂਰਪੀਅਨ ਲੋਕ ਮੰਨਦੇ ਹੈ ਅਤੇ ਇੰਡੀਅਨ ਲੋਕ ਮੰਨਦੇ। ਪਰ ਇਹ ਕਹਿੰਦੇ ਗਲਤ ਹੈ ਜਜਮੈਂਟ, ਫਾਲਸ। ਫਾਲਸ ਦਾ ਮਤਲਬ ਹੁੰਦੀ ਹੈ ਝੂਠੀ। ਇਹ ਗਲਤ ਜਜਮੈਂਟ ਹੈ ਕਿ ਉਹ ਬਹੁਤ ਜ਼ਿਆਦਾ ਵੈਸਟਰਨ ਆਈਡੀਆਜ਼ ਨਾਲ ਇਨਫਲੂਐਂਸਡ ਸੀਗੇ। ਇਨਫਲੂਐਂਸ ਦਾ ਮਤਲਬ ਹੁੰਦਾ ਹੈ ਜਿਸ ਤੇ ਅਸਰ ਹੋਵੇ। ਯਾਦ ਕਰੋ ਆਪਣਾ ਇੱਕ ਚੈਪਟਰ ਵੀ ਆਇਆ ਸੀ ਅ ਟਰਕਿਸ਼ ਕੈਟਾਸਟ੍ਰਫੀ, ਉਹਦੇ 'ਚ ਜਿਹੜਾ ਯੰਗ ਟਰਕਿਸ਼ ਕੈਂਡੀਡੇਟ ਹੁੰਦਾ ਹੈ ਉਹ ਵੈਸਟਰਨ ਆਈਡੀਆਜ਼ ਨਾਲ ਕਾਫੀ ਇਨਫਲੂਐਂਸਡ ਹੁੰਦਾ ਹੈ, ਇਸੇ ਕਰਕੇ ਉਹ ਇੱਕੋ ਹੀ ਸ਼ਾਦੀ ਕਰਾਉਂਦਾ ਹੈ। ਯਾਦ ਹੈ? ਐਵੇਂ ਮਹਾਤਮਾ ਗਾਂਧੀ ਨੂੰ ਕਿਹਾ ਜਾਂਦਾ ਹੈ ਕਿ ਬਹੁਤ ਜ਼ਿਆਦਾ ਪੱਛਮੀ ਸੱਭਿਆਚਾਰ ਦੇ ਨਾਲ ਇਹ ਇਨਫਲੂਐਂਸ ਸੀਗੇ, ਉਹਨਾਂ ਤੇ ਅਸਰ ਸੀ। ਇਹ ਇੱਕ ਫਾਲਸ ਜਜਮੈਂਟ ਹੈ, ਇਹ ਸਹੀ ਨਹੀਂ ਹੈ। ਗਾਂਧੀ ਬਿਲੀਵਡ ਇਨ ਦੀ ਫੰਡਾਮੈਂਟਲਸ ਆਫ ਹਿਸ ਐਂਸ਼ੀਐਂਟ ਕਲਚਰ। ਕਹਿੰਦੇ ਗਾਂਧੀ ਜੀ ਜਿਹੜੇ ਸੀਗੇ ਉਹ ਪੁਰਾਤਨ ਜਿਹੜਾ ਸਾਡਾ ਸੱਭਿਆਚਾਰ ਹੈ ਉਸਦੇ ਫੰਡਾਮੈਂਟਲਸ ਤੇ ਵਿਸ਼ਵਾਸ ਕਰਦੇ ਸੀ। ਫੰਡਾਮੈਂਟਲਸ ਦਾ ਮਤਲਬ ਹੁੰਦਾ ਮੁੱਢਲੇ ਸਿਧਾਂਤ, ਫੰਡਾਮੈਂਟਲ ਬੇਸਿਕ ਪ੍ਰਿੰਸੀਪਲਸ ਨੂੰ ਆਪਾਂ ਫੰਡਾਮੈਂਟਲਸ ਕਹਿੰਦੇ ਹਾਂ। ਬਟ ਹਿਸ passionate love of the underdog and his antipathy to caste, though not unprecedented in ancient India, were unorthodox in the extreme and owed more to European 19th century liberalism than to anything Indian। ਇਹ ਲਾਈਨ ਸਮਝੋ, ਇੱਥੇ ਇਸ ਲਾਈਨ ਦੇ ਵਿੱਚ ਦੋ ਚੀਜ਼ਾਂ ਕਹੀਆਂ ਗਈਆਂ, ਵੈਸੇ ਤਿੰਨ ਚੀਜ਼ਾਂ ਕਹੀਆਂ। ਪਹਿਲੀ ਚੀਜ਼ ਅਸੀਂ ਪੜ੍ਹ ਚੁੱਕੇ ਕਿ ਜਿਹੜਾ ਸਾਡਾ ਪੁਰਾਤਨ ਕਲਚਰ ਸੀਗਾ, ਐਂਸ਼ੀਐਂਟ ਕਲਚਰ ਸੀ, ਪੁਰਾਤਨ ਸੱਭਿਆਚਾਰ ਸੀ, ਉਹਦੇ ਜਿਹੜੇ ਫੰਡਾਮੈਂਟਲ ਸੀ ਉੱਤੇ ਬਿਲੀਵ ਕਰਦੇ ਸੀ। ਤਾਂ ਪਹਿਲੀ ਗੱਲ। ਦੂਸਰੀ, ਉਹਨਾਂ ਦਾ ਅਥਾਹ ਪਿਆਰ ਸੀ, ਪੈਸ਼ਨੇਟ ਲਵ ਸੀਗਾ ਕਾਦੇ ਲਈ? ਅੰਡਰਡੌਗ ਲਈ। ਅੰਡਰਡੌਗ ਦਾ ਮਤਲਬ ਹੁੰਦਾ ਬੇਟਾ ਜਿਹੜੇ ਓਪਰੈਸਡ ਪੀਪਲ ਹੁੰਦੇ ਨੇ, ਦਬਲੇ ਕੁਚਲੇ ਲੋਕ ਹੁੰਦੇ ਨੇ, ਬਹੁਤ ਹੀ ਬੇਸਹਾਰਾ ਲੋਕ, ਜਿਨ੍ਹਾਂ ਦੀ ਪਰਵਾਹ ਨਹੀਂ ਕਰਦਾ, ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਬਣਦਾ, ਉਹਨੂੰ ਆਪਾਂ ਅੰਡਰਡੌਗ ਕਹਿੰਦੇ ਆ। ਤਾਂ ਅਜਿਹੇ ਲੋਕਾਂ ਦੇ ਲਈ ਗਾਂਧੀ ਜੀ ਅੰਦਰ ਬਹੁਤ ਜ਼ਿਆਦਾ ਪਿਆਰ ਸੀ, ਪੈਸ਼ਨੇਟ ਲਵ ਫॉर ਦਾ ਅੰਡਰਡੌਗ। ਤੀਸਰੀ, ਐਂਟੀਪੈਥੀ ਟੂ ਕਾਸਟ। ਕਾਸਟ ਸਿਸਟਮ ਦੇ ਪ੍ਰਤੀ ਉਹ ਬਹੁਤ ਜ਼ਿਆਦਾ ਨਾ ਪੱਖੀ ਵਤੀਰਾ ਰੱਖਦੇ ਸੀ। ਐਂਟੀਪੈਥੀ, ਐਂਟੀਪੈਥੀ ਦਾ ਮਤਲਬ ਦੇਖੋ ਸਿੰਪਥੀ ਦਾ ਉਲਟ ਹੁੰਦਾ ਹੈ। ਇਹ ਸਿੰਪਥੀ ਤੁਸੀਂ ਸ਼ਬਦ ਸੁਣਿਆ ਨਾ, ਤਾਂ ਸਿੰਪਥੀ ਦਾ ਉਲਟ ਸ਼ਬਦ ਹੁੰਦਾ ਹੈ ਐਂਟੀਪੈਥੀ। ਐਂਟੀਪੈਥੀ ਦਾ ਮਤਲਬ ਹੁੰਦਾ ਜਦੋਂ ਅਸੀਂ ਹਮਦਰਦੀ ਨਹੀਂ ਰੱਖਦੇ ਕਿਸੇ ਨਾਲ, ਉਹਨੂੰ ਆਪਾਂ ਐਂਟੀਪੈਥੀ ਕਹਿੰਦੇ। ਇੱਥੇ ਉਹ ਕਿਹਦੇ ਨਾਲ ਹਮਦਰਦੀ ਨਹੀਂ ਰੱਖਦੇ? ਜਾਤ ਪਾਤ ਨਾਲ। ਜਾਤ ਪਾਤ ਤੋਂ ਗਾਂਧੀ ਜੀ ਬਹੁਤ ਜ਼ਿਆਦਾ ਉੱਚੇ ਉੱਠੇ ਹੋਏ ਸੀ। ਕੋਈ ਨੀਵਾਂ ਕੋਈ ਉੱਚਾ ਉਹਨਾਂ ਦੇ ਦਿਮਾਗ 'ਚ ਕੁਝ ਨਹੀਂ ਸੀ, ਸਾਰਿਆਂ ਪ੍ਰਤੀ ਪਿਆਰ ਸੀ। ਕਾਸਟ ਸਿਸਟਮ ਵੱਲੋਂ ਧਿਆਨ ਨਹੀਂ ਸੀ ਦਿੰਦੇ ਗਾਂਧੀ ਜੀ। ਹੁਣ ਇਹ ਤਿੰਨ ਚੀਜ਼ਾਂ ਗਾਂਧੀ ਜੀ ਬਾਰੇ ਦੱਸੀਆਂ ਗਈਆਂ, ਇਹ ਯਾਦ ਰੱਖਣੀ ਹੈ ਬਿਕੋਜ਼ ਇਹਦਾ ਛੋਟਾ ਕੁਐਸਚਨ ਬਣਦਾ ਕਿ ਗਾਂਧੀ ਜੀ ਦੇ ਕਰੈਕਟਰ 'ਚ ਕਿਹੜੀਆਂ ਤਿੰਨ ਗੱਲਾਂ ਸੀ ਜਿਹੜੀ ਅਸੀਂ ਦੇਖਦੇ ਹਾਂ। ਪਹਿਲੀ ਗੱਲ ਕਿ ਉਹ ਬਿਲੀਵਡ ਇਨ ਦਾ ਫੰਡਾਮੈਂਟਲਸ ਆਫ ਦੀ ਐਂਸ਼ੀਐਂਟ ਕਲਚਰ। दूसरी गल, he had passionate love for the underdog। तीसरी गल, his antipathy to caste system। समझ आ गई गल? इस तरीके दे नाल तुसी एवें समझना है इस क्वेश्चन। हालांकि कहंदे जिहड़ी ये चीज़ां तिन्ने चीज़ां साडे पुरातन इंडिया दे विच कोई नवीं गल नहीं सी। अनप्रैसीडेंटेड दा मतलब हुंदा है कोई नवां विचार नहीं सी। ये पहलां भी लोकां दे विचार इहो जिहे सीगे, पहलां भी लोग अंडरडॉग नाल प्यार करते सीगे, कास्ट सिस्टम नूं मनदे नहीं सी। वर अनऑर्थोडॉक्स इन द एक्सट्रीम एंड ओवर मोर टू यूरोपीयन 19th सेंचुरी लिबरलिज्म। लेकिन ये जिहड़ियां गल्लां सी गांधी जी च देखदे हैं, ये असीं कित्थे देखदे हैं? यूरोप दे 9वीं सदी दे जिहड़े लिबरल कंट्रीज हैं। लिबरलिज्म शब्द आया एक, लिबरलिज्म का मतलब हुंदा है जदों आपां ना बड़ा ही आज़ाद होके सोचते, आज़ाद ख्यालों नाल सोचते हैं, लिबरलिज्म कहते हैं उन्होंने। साडी सोच बड़ी आज़ाद हुंदी है भी असीं ना किसी नूं ये नहीं देखते कि कोई उच्चा है कोई नीवा है, कोई हिंदू है मुस्लिम है, नो असीं सारिआं नूं एक मनुख समझते हैं, लिबरलिज्म कहते हैं। तां अजिहे जिहड़े विचार सी कित्थे देखण नूं मिलदे सीगे? यूरोप दे देशां 'च मिलदे सीगे। साडे भारती लोकां 'च अजिहे विचार घट दिखदे सी। टू एनीथिंग इंडियन दैन पाया होया ना, तां इत्थे दो चीज़ां दा कंपैरिजन होया भी एक पासे भारती दूजे पासे यूरोपीयन लोग। ਤਾਂ ਲਿਬਰਲਿਜ਼ਮ ਦੇ ਜਿਹੜੇ ਵਿਚਾਰ ਅਸੀਂ ਆਮ ਤੌਰ ਤੇ ਕਿੱਥੇ ਜ਼ਿਆਦਾ ਪਾਉਂਦੇ ਆ? ਯੂਰਪ ਦੇ ਲੋਕਾਂ 'ਚ। ਲੇਕਿਨ ਫਿਰ ਵੀ ਉਹ ਸਾਰੀਆਂ ਗੱਲਾਂ ਸਾਨੂੰ ਕਿਸ 'ਚ ਦਿਖਦੀਆਂ ਨੇ? ਗਾਂਧੀ ਜੀ 'ਚ। ਤਾਂ ਸਮਝ ਆ ਗਏ? ਇਹ ਲਾਈਨਾਂ ਦਾ ਮਤਲਬ ਇਹ ਹੈ, ਹਿਸ ਫੇਥ ਇਨ ਨॉन ਵਾਇਲੈਂਸ ਵਾਸ ਐਜ਼ ਵੀ ਹੈਵ ਸੀਨ ਬਾਈ ਨੋ ਮੀਨਸ ਟਿਪੀਕਲ ਆਫ ਹਿੰਦੂਇਜ਼ਮ। ਕਹਿੰਦੇ ਉਹਦਾ ਦੇਖੋ ਸਭ ਨੂੰ ਪਤਾ ਹੈ ਕਿ ਉਹਨਾਂ ਦਾ ਜਿਹੜਾ ਫੇਥ ਸੀਗਾ ਇੱਥੇ ਐਫ ਵੱਡਾ ਪਾਇਆ ਗਿਆ,
ਇਹਦਾ ਮਤਲਬ ਵਿਸ਼ਵਾਸ, ਕਾਫੀ ਦ੍ਰਿੜ ਵਿਸ਼ਵਾਸ ਨੂੰ ਫੇਥ ਕਿਹਾ ਗਿਆ ਹੈ। ਅਹਿੰਸਾ ਚ ਉਹਨਾਂ ਦਾ ਫੇਥ ਸੀਗਾ। ਨॉन ਵਾਇਲੈਂਸ ਦਾ ਮਤਲਬ ਅਸੀਂ ਅਹਿੰਸਾ ਕਹਿੰਦੇ ਆ, ਬਹੁਤ ਪੜ੍ਹਿਆ ਸਾਨੇ। ਕਹਿੰਦੇ ਆਮ ਤੌਰ ਤੇ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਨਾ, ਇਹ ਬਾਈ ਨੋ ਮੀਨਸ ਟਿਪੀਕਲ ਆਫ ਹਿੰਦੂਇਜ਼ਮ ਦੀਆਂ ਇੱਕ ਐਗਜ਼ਾਮਪਲ ਸੀਗੀਆਂ, ਅਤੇ ਉਹਨਾਂ ਦੇ ਜਿਹੜੇ ਪ੍ਰੀਡਿਸੈਸਰ ਸੀਗੇ, ਪ੍ਰੀਡਿਸੈਸਰ ਦਾ ਮਤਲਬ ਜੋ ਕੋਈ ਪਹਿਲਾ ਇਨਸਾਨ ਆਇਆ ਹੋਵੇ ਉਹਨੂੰ ਆਪਾਂ ਪ੍ਰੀਡਿਸੈਸਰ ਕਹਿੰਦੇ ਆ। ਯਾਦ ਕਰੋ ਇੱਕ ਸ਼ਬਦ ਤੁਹਾਨੂੰ ਪਹਿਲਾਂ ਆਇਆ ਸੀ ਸਕਸੈਸਰ। ਪ੍ਰੀਡਿਸੈਸਰ ਦਾ ਉਲਟ ਕੀ ਹੁੰਦਾ? ਸਕਸੈਸਰ ਦਾ ਮਤਲਬ ਜੋ ਬਾਅਦ ਚ ਆਉਂਦਾ ਬੰਦਾ, ਪ੍ਰੀਡਿਸੈਸਰ ਜਿਹੜਾ ਪਹਿਲਾਂ। ਤਾਂ ਉਹਨਾਂ ਤੋਂ ਪਹਿਲਾਂ ਵੀ ਇਹ ਗੱਲਾਂ ਸਾਨੂੰ ਦੇਖਣ ਨੂੰ ਮਿਲਦੀਆਂ ਸੀ। ਇਹਨਾਂ ਚ ਮਰਾਠਾ ਬ੍ਰਾਹਮਣ ਬੀਜੀ ਤਿਲਕ, ਬਾਲ ਗੰਗਾਧਰ ਤਿਲਕ ਐਂਡ ਗਾਂਧੀਜ਼ ਇੰਪੇਸ਼ੈਂਟ ਲੈਫਟੀਨੈਂਟ ਸੁਭਾਸ਼ ਚੰਦਰ ਬੋਸ। ਉਹਨਾਂ ਦਾ ਇੱਕ ਜੋ ਆਪਣੇ ਆਪ ਨੂੰ ਲੈਫਟੀਨੈਂਟ ਮੰਨਦਾ ਸੀਗਾ, ਉਹਨਾਂ ਦਾ ਹੀ ਸੇਵਕ ਮੰਨਦਾ ਸੀ ਇੱਕ ਤਰੀਕੇ ਦੇ ਨਾਲ, ਕਿ ਮੈਂ ਇਹਨਾਂ ਦਾ, ਇਹ ਮੇਰੇ ਗੁਰੂ ਨੇ। ਉਹ ਕੌਣ ਸੀਗੇ ਜੀ? ਸੁਭਾਸ਼ ਚੰਦਰ ਬੋਸ। ਵਰ ਫਾਰ ਮੋਰ ਆਰਥੋਡਾਕਸ ਇਨ ਦਿਸ ਰਿਸਪੈਕਟ। ਆਰਥੋਡਾਕਸ ਦਾ ਮਤਲਬ ਹੁੰਦਾ ਬੇਟਾ ਵੀ ਜਿਹੜਾ ਬੰਦਾ ਨਾ ਥੋੜਾ ਜਿਹਾ ਰੂੜੀਵਾਦੀ ਹੋਵੇ, ਪਰੰਪਰਾਵਾਦੀ ਹੋਵੇ। ਗਾਂਧੀ ਜੀ ਇਹਨਾਂ ਨਾਲੋਂ ਥੋੜੇ ਜਿਹੇ ਨਵੀਨ ਸੀਗੇ। ਜੇਕਰ ਆਪਾਂ ਬਾਲ ਗੰਗਾਧਰ ਤਿਲਕ ਦੇ ਵਿਚਾਰ ਦੇਖੀਏ ਜਾਂ ਅਸੀਂ ਸੁਭਾਸ਼ ਚੰਦਰ ਬੋਸ ਦੇ ਵਿਚਾਰ ਦੇਖੀਏ, ਇਹ ਕੀ ਸੀਗੇ? ਆਰਥੋਡਾਕਸ ਤੇ ਮਾਡਰਨ ਚ ਫਰਕ ਹੁੰਦਾ ਹੈ। ਆਰਥੋਡਾਕਸ ਦਾ ਮਤਲਬ ਹੁੰਦਾ ਹੈ ਜਿਹੜਾ ਬੰਦਾ ਪੁਰਾਣੀ ਸੋਚ ਨਾਲ ਚੱਲ ਰਿਹਾ ਹੈ। ਅਨਆਰਥੋਡਾਕਸ ਕਿਹੜਾ ਹੋ ਗਿਆ? ਜੋ ਨਵੀਂ ਸੋਚ ਨਾਲ ਚੱਲ ਰਿਹਾ। ਜਿਵੇਂ ਗਾਂਧੀ ਜੀ ਸੋਚਦੇ ਸੀ, ਉਹ ਕਹਿੰਦੇ ਸੀ ਸਾਰੇ ਜਣੇ ਇੱਕੋ ਨੇ, ਦੱਬੇ ਕੁਚਲੇ ਲੋਕ ਹੈ, ਉਹਨਾਂ ਨੂੰ ਆਪਾਂ ਨੂੰ ਪਿਆਰ ਕਰਨਾ ਚਾਹੀਦਾ ਹੈ, ਜਾਤ ਪਾਤ ਕੁਛ ਨਹੀਂ ਰੱਖਿਆ, ਅਹਿੰਸਾ ਦਾ। ਹੁਣ ਇਹੋ ਜਿਹੀਆਂ ਗੱਲਾਂ, ਇਹ ਕਿਹੜੀਆਂ ਗੱਲਾਂ ਨੇ? ਇਹ ਅਨਆਰਥੋਡਾਕਸ ਗੱਲਾਂ ਨੇ, ਕਿਉਂਕਿ ਸਾਡੇ ਪੁਰਾਣੇ ਲੋਕ ਇਹ ਗੱਲਾਂ ਵੱਲ ਧਿਆਨ ਨਹੀਂ ਸੀ ਦਿੰਦੇ। ਹਿੰਸਾ ਜਾਰੀ ਸੀ, ਜਾਨਵਰਾਂ ਦੀ ਹਿੰਸਾ ਹੁੰਦੀ ਸੀ, ਇਨਸਾਨਾਂ ਦੀ ਹਿੰਸਾ ਹੁੰਦੀ ਸੀ। ਗਾਂਧੀ ਜੀ ਕਹਿੰਦੇ ਸੀ ਨॉन ਵਾਇਲੈਂਸ। ਫॉर ਗਾਂਧੀਜ਼ ਪੈਸੀਫਿਜ਼ਮ ਵੀ ਮਸਟ ਲੁੱਕ ਟੂ ਦੀ ਸਰਮਨ ਔਨ ਦਾ ਮਾਊਂਟ ਐਂਡ ਟੂ ਟੋਲਸਟਾਏ। ਹੁਣ ਗਾਂਧੀ ਜੀ ਬੜੇ ਸ਼ਾਂਤੀ ਪ੍ਰਿਯ ਸੀਗੇ, ਵੀ ਪੈਸੀਫਿਜ਼ਮ ਦਾ ਮਤਲਬ ਸ਼ਾਂਤੀ ਪ੍ਰਿਯ ਪਸੰਦ ਸੀਗੇ, ਉਹ ਸ਼ਾਂਤੀ ਨਾਲ ਪੀਸ ਲਵਿੰਗ ਪਰਸਨ ਸੀਗੇ। ਕਹਿੰਦੇ ਜੇਕਰ ਅਸੀਂ ਇਹ ਗਾਂਧੀ ਜੀ ਦੀਆਂ ਗੱਲਾਂ ਦੇਖੀਏ ਤਾਂ ਸਾਨੂੰ ਇਹ ਗੱਲਾਂ ਕਿਹਨਾਂ 'ਚ ਮਿਲਦੀਆਂ ਨੇ? ਟੋਲਸਟਾਏ 'ਚ ਮਿਲਦੀਆਂ ਨੇ ਤੇ ਸਰਮਨ ਔਨ ਦਾ ਮਾਊਂਟ। ਹੁਣ ਇਹ ਜਿਹੜਾ ਸਰਮਨ ਔਨ ਦਾ ਮਾਊਂਟ ਤੁਹਾਡੇ ਨੋਟਸ 'ਚ ਵੀ ਹੈ। ਦੇਖੋ ਇਹਦੇ 'ਚ 19th century ਲਿਬਰਲਿਜ਼ਮ ਵੀ ਆਇਆ ਹੈ। ਲਿਬਰਲਿਜ਼ਮ ਰੈਫਰਸ ਟੂ ਵਿਊਜ਼ ਐਂਡ ਪ੍ਰਿੰਸੀਪਲਸ ਵਿਚ ਫੇਵਰ ਫਰੀडम, ਪ੍ਰੋਗਰੈਸ ਐਂਡ ਲਿਬਰਟੀ। ਅਜਿਹੇ ਵਿਚਾਰ ਜਿਹੜੇ ਫਰੀडम ਨੂੰ ਸਪੋਰਟ ਕਰਦੇ ਨੇ, ਪ੍ਰੋਗਰੈਸ ਨੂੰ ਸਪੋਰਟ ਕਰਦੇ ਨੇ, ਲਿਬਰਟੀ ਨੂੰ ਸਪੋਰਟ ਕਰਦੇ ਨੇ। ਫਰੀडम ਆਜ਼ਾਦੀ, ਲਿਬਰਟੀ ਆਜ਼ਾਦੀ, ਪ੍ਰੋਗਰੈਸ ਉੱਨਤੀ। ਇਹ ਸਾਡੇ ਦੇਸ਼ ਦੀ ਉੱਨਤੀ ਹੋਣੀ ਚਾਹੀਦੀ ਹੈ, ਆਜ਼ਾਦੀ ਹੋਣੀ ਚਾਹੀਦੀ ਹੈ ਹਰ ਬੰਦੇ ਨੂੰ। ਤਾਂ ਇਹ ਵਿਚਾਰਾਂ ਨੂੰ ਜਿਹੜਾ ਬੰਦਾ ਮੰਨਦਾ ਉਹਨੂੰ ਆਪਾਂ ਕੀ ਕਹਿੰਦੇ ਆ? ਉਸ ਸਿਧਾਂਤ ਨੂੰ ਕੀ ਕਹਿੰਦੇ ਆ? ਲਿਬਰਲਿਜ਼ਮ। ਅੱਗੇ ਹੈ ਜੀ ਦਾ ਸਰਮਨ ਔਨ ਦਾ ਮਾਊਂਟ। ਸਰਮਨ ਔਨ ਦਾ ਮਾਊਂਟ ਕੀ ਹੈ ਜੀ? ਕਿ ਜੀਸਸ ਕ੍ਰਾਈਸਟ ਨੇ ਬੇਟਾ ਇੱਕ ਜਗ੍ਹਾ ਤੇ ਬੈਠ ਕੇ ਆਪਣੇ ਵਿਚਾਰ ਦਿੱਤੇ ਸੀ। ਸਰਮਨ ਦਾ ਮਤਲਬ ਆਪਣੇ ਕੁਝ ਗੱਲਾਂ ਦਸੀਆਂ ਸੀਗੀਆਂ। ਉਹ ਗੱਲਾਂ ਕੀ ਸੀ? ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਬਲੈਸਡ ਆਰ ਦਾ ਮੀਕ, ਬਲੈਸਡ ਆਰ ਦਾ ਪੂਅਰ। ਜੇ ਤੁਸੀਂ ਜੀਸਸ ਕ੍ਰਾਈਸਟ ਨੂੰ ਦੇਖੋ ਨਾ, ਉਹ ਵੀ ਇਹੀ ਗੱਲਾਂ ਕਹਿੰਦੇ ਸੀ ਕਿ ਜਿਹੜੇ ਪੂਅਰ ਲੋਕ ਨੇ ਉਹ ਬਲੈਸਡ ਨੇ, ਉਹਨਾਂ ਦੇ ਰੱਬ ਦੀ ਕਿਰਪਾ ਹੈ। ਜਿਹੜੇ ਮਾੜੇ ਲੋਕ ਨੇ ਉਹ ਬਲੈਸਡ ਨੇ, ਉਹਨਾਂ ਦੇ ਰੱਬ ਦੀ ਕਿਰਪਾ ਹੈ। ਜੀਸਸ ਕ੍ਰਾਈਸਟ ਦੀਆਂ ਗੱਲਾਂ ਹੀ ਨੇ ਤੇ ਗਾਂਧੀ ਜੀ ਦੀਆਂ ਵੀ ਗੱਲਾਂ ਹੀ ਸੀ। ਉਹ ਵੀ ਤਾਂ ਇਹੀ ਕਰ ਰਹੇ ਸੀ ਨਾ। ਗਾਂਧੀ ਜੀ ਵੀ ਤਾਂ ਲੋਕਾਂ ਦੇ ਪ੍ਰਤੀ ਹਮਦਰਦੀ ਰੱਖਦੇ ਸੀ, ਜੀਸਸ ਕ੍ਰਾਈਸਟ ਵੀ ਰੱਖਦੇ ਸੀ। ਇਸੇ ਕਰਕੇ ਕਿਹਾ ਗਿਆ ਕਿ ਗਾਂਧੀ ਜੀ ਦੇ ਜਿਹੜੇ ਵਿਚਾਰ ਨੇ ਉਹ ਕਿਹਨਾਂ ਨਾਲ ਮਿਲਦੇ ਜੁਲਦੇ ਨੇ? ਜੀਸਸ ਕ੍ਰਾਈਸਟ, ਸਰਮਨ ਔਨ ਦਾ ਮਾਊਂਟ ਜਿਹੜਾ ਉਹਨਾਂ ਨੇ ਕਿਹਾ ਸੀ, ਅਤੇ ਟੋਲਸਟਾਏ। ਟੋਲਸਟਾਏ ਵੀ ਲਿਖਿਆ ਹੋਇਆ ਬੇਟਾ ਰਸ਼ੀਅਨ ਨੋਵਲਿਸਟ ਨੇ, ਸੋਸ਼ਲ ਰਿਫਾਰਮਰ ਨੇ, ਰਸ਼ੀਆ ਦੇ ਰਹਿਣ ਵਾਲੇ ਨੇ, ਨਾਵਲ ਲਿਖਦੇ ਨੇ, ਬਹੁਤ ਅੱਛੇ ਨਾਵਲ ਲਿਖਦੇ ਨੇ, ਬਹੁਤ ਅੱਛੀਆਂ ਸਟੋਰੀਜ਼ ਲਿਖੀਆਂ ਨੇ ਲੀਓ ਟੋਲਸਟਾਏ ਨੇ, ਅਤੇ ਸੋਸ਼ਲ ਰਿਫਾਰਮਰ ਵੀ ਨੇ, ਸਮਾਜ ਸੁਧਾਰਕ ਵੀ। ਇਹਨਾਂ ਦੇ ਨਾਲ ਗਾਂਧੀ ਜੀ ਦੇ ਵਿਚਾਰ ਜ਼ਿਆਦਾ ਮਿਲਦੇ ਸੀ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਦੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼
ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ, ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। His championing of women's right is also the result of western influence। ਇਸ ਲਾਈਨ ਦੇ ਵਿੱਚ ਇੱਕ ਹੋਰ ਗਾਂਧੀ ਜੀ ਦੀ ਜਿਹੜੀ ਕੁਆਲਿਟੀ ਦੱਸੀ ਗਈ ਹੈ ਕਿ women's right, ਔਰਤਾਂ ਦੇ ਹੱਕਾਂ ਦੀ ਗੱਲ ਕੀਤੀ ਹੈ ਗਾਂਧੀ ਜੀ ਨੇ। ਚੈਂਪੀਅਨਿੰਗ ਦਾ ਮਤਲਬ ਹੁੰਦਾ ਬੇਟਾ ਸਪੋਰਟ ਕਰਨੀ, ਸਪੋਰਟਿੰਗ। ਚੈਂਪੀਅਨਿੰਗ ਤੁਸੀਂ ਸਪੋਰਟਿੰਗ ਕਹਿ ਸਕਦੇ ਹੋ। ਸਪੋਰਟ ਕੀਤਾ ਹੈ ਉਹਨਾਂ ਨੇ, ਕਿਹਦਾ? ਕਿ ਉਹਨਾਂ ਨੇ ਔਰਤਾਂ ਦੇ ਹੱਕਾਂ ਦੀ ਗੱਲ ਕਰੀ ਹੈ। ਜੇ ਤੁਸੀਂ ਨਾ ਗਾਂਧੀ ਜੀ ਦੀ ਬੇਸਿਕ ਐਜੂਕੇਸ਼ਨ ਪਾਲਿਸੀ ਪੜ੍ਹੋ, ਉਹਦੇ 'ਚ ਉਹਨਾਂ ਨੇ ਕਲੀਅਰ ਕੱਟ ਲਿਖਿਆ ਕਿ ਜੇ ਇੱਕ ਇਸਤਰੀ ਪੜ੍ਹ ਜਾਂਦੀ ਹੈ ਤਾਂ ਸਾਰਾ ਸਮਾਜ ਪੜ੍ਹ ਜਾਂਦਾ। ਜੇ ਇੱਕ ਬੰਦਾ ਪੜ੍ਹਦਾ ਤਾਂ ਇੱਕ ਇਨਸਾਨ ਪੜ੍ਹਦਾ। ਕਿਉਂਕਿ ਇਸਤਰੀ ਜਦ ਪੜ੍ਹਦੀ ਹੈ ਬੇਟਾ, ਉਹ ਅੱਗੇ ਜਦੋਂ ਫੈਮਿਲੀ 'ਚ ਜਾਂਦੀ ਹੈ ਆਪਣੇ ਬੱਚਿਆਂ ਨੂੰ ਵੀ ਪੜ੍ਹਾਉਂਦੀ ਆ, ਹੋਰ ਜਿਹੜੇ ਉਹਦੇ ਇਨਫਲੂਐਂਸ ਜਿਹੜੇ ਹੋਰ ਪਰਸਨਸ ਹੁੰਦੇ ਨੇ ਉਹਨਾਂ ਦੇ ਵੀ ਅਸਰ ਪਾਉਂਦੀ ਹੈ। ਤਾਂ ਗਾਂਧੀ ਜੀ ਨੇ ਵਿਮਨਸ ਰਾਈਟ ਤੇ ਬਹੁਤ ਜ਼ਿਆਦਾ ਸਪੋਰਟ ਕੀਤਾ ਹੈ। ਤੇ ਇਹ ਆਈਡੀਆ ਉਹਨਾਂ ਨੂੰ ਕਿੱਥੋਂ ਮਿਲਿਆ? ਵੈਸਟਰਨ ਇਨਫਲੂਐਂਸ। ਇਹਦਾ ਅਸੀਂ ਉਸੇ ਚੈਪਟਰ 'ਚ ਵੀ ਦੇਖਿਆ ਸੀਗਾ, ਅ ਯੰਗ ਟਰਕਿਸ਼ ਕੈਟਾਸਟ੍ਰਫੀ, ਕਿ ਜਿਹੜਾ ਔਰਤਾਂ ਨੂੰ ਆਪਾਂ ਅਧਿਕਾਰ ਦਈਏ, ਉਹਨਾਂ ਨੂੰ ਵੋਟਿੰਗ ਰਾਈਟ ਦਈਏ, ਅਸੀਂ ਉਹਨਾਂ ਨੂੰ ਪੜ੍ਹਾਈਏ। ਇਹ ਆਈਡੀਆ ਇੰਡੀਆ 'ਚ ਡਿਵੈਲਪ ਨਹੀਂ ਹੋਇਆ, ਇਹ ਸਾਡੇ ਇੱਥੇ ਡਿਵੈਲਪ ਨਹੀਂ ਹੋਇਆ, ਕਿਉਂਕਿ ਸਾਡੇ ਲੋਕ ਤਾਂ ਪਰਵਾਹ ਨਹੀਂ ਸੀ ਕਰਦੇ। ਉਹ ਕਹਿੰਦੇ ਨਹੀਂ ਜੀ, ਔਰਤਾਂ ਤਾਂ ਕਿਚਨ 'ਚ ਹੀ ਠੀਕ ਨੇ, ਇਹਨਾਂ ਨੂੰ ਤਾਂ ਰਸੋਈ 'ਚ ਰੱਖੋ ਬਸ। ਲੇਕਿਨ ਵੈਸਟਰਨ ਆਈਡੀਆਜ਼, ਵੈਸਟਰਨ ਦੇ ਵਿੱਚ ਸਭ ਤੋਂ ਪਹਿਲਾਂ ਔਰਤਾਂ ਨੂੰ ਰਾਈਟਸ ਦਿੱਤੇ ਗਏ, ਉਹਨਾਂ ਨੂੰ ਪੜ੍ਹਨ ਦੇ ਰਾਈਟ ਦਿੱਤੇ ਗਏ, ਉਹਨਾਂ ਨੂੰ ਲਿਖਣ ਦੇ ਰਾਈਟ ਦਿੱਤੇ ਗਏ, ਉਹਨਾਂ ਨੂੰ ਵੋਟਾਂ 'ਚ ਪਾਰਟਿਸਿਪੇਟ ਕਰਨ ਦੇ ਰਾਈਟ ਦਿੱਤੇ ਗਏ, ਵੋਟਾਂ 'ਚ ਖੜਨ ਦੇ ਰਾਈਟ ਦਿੱਤੇ ਗਏ। ਇਸੇ ਚੀਜ਼ਾਂ ਨੂੰ ਗਾਂਧੀ ਜੀ ਨੇ ਵੀ ਸਪੋਰਟ ਕੀਤਾ। In his social context, he was always rather an innovator than a conservative। ਦੋ ਸ਼ਬਦ ਆਏ ਬੇਟਾ, ਇਹਨੂੰ ਸਮਝੋ। ਇੱਕ ਤਾਂ ਇਨੋਵੇਟਰ ਸ਼ਬਦ ਆਇਆ, ਇੱਕ ਕੰਜ਼ਰਵੇਟਿਵ ਆ। ਇਨੋਵੇਟਰ ਕੀ ਹੁੰਦਾ ਹੈ? ਇਨੋਵੇਸ਼ਨ ਸ਼ਬਦ ਤੋਂ ਬਣਿਆ ਇਨੋਵੇਟਰ। ਇਨੋਵੇਸ਼ਨ, ਇਨੋਵੇਟਰ, ਇਨੋਵੇਟਿਵ ਇੱਕੋ ਹੀ ਮਤਲਬ ਹੁੰਦਾ ਹੈ, ਨਵੀਂ ਸੋਚ ਵਾਲਾ ਇਨਸਾਨ। ਇਨੋਵੇਟਰ ਕੋਈ ਨਵੀਂ ਚੀਜ਼ ਜਿਹੜਾ ਬੰਦਾ ਇਜਾਦ ਕਰਦਾ ਹੈ, ਉਹਨੂੰ ਆਪਾਂ ਕਹਿੰਦੇ ਆ ਇਨੋਵੇਟਰ। ਤਾਂ ਗਾਂਧੀ ਜੀ ਇਨੋਵੇਟਰ ਸੀਗੇ, ਨਾ ਕਿ ਕੰਜ਼ਰਵੇਟਿਵ ਸੀ। ਕੰਜ਼ਰਵੇਟਿਵ ਦਾ ਮਤਲਬ ਕੀ ਹੁੰਦਾ ਹੈ? ਪੁਰਾਣੀ ਸੋਚ। ਨਹੀਂ ਜੀ, ਜਿਵੇਂ ਚੱਲ ਰਿਹਾ ਲਕੀਰ ਦੇ ਫਕੀਰ, ਤੇ ਜਿਵੇਂ ਚੱਲ ਰਿਹਾ ਚੱਲਣ ਦੋ, ਉਹਨੂੰ ਆਪਾਂ ਕੰਜ਼ਰਵੇਟਿਵ ਸੋਚ ਵਾਲਾ ਬੰਦਾ ਕਹਿੰਦੇ ਆ। ਤੇ ਜਿਹੜਾ ਬੰਦਾ ਆਪਣੀ ਸੋਚ ਲੈ ਕੇ ਆਉਂਦਾ, ਜਿਵੇਂ ਆਪਾਂ ਲੌਜੀਕਲ ਥਿੰਕਿੰਗ 'ਚ ਵੀ ਪੜ੍ਹਿਆ, ਲੇਟਰਲ ਥਿੰਕਿੰਗ ਸ਼ਬਦ 'ਚ ਵੀ ਪੜ੍ਹਿਆ, ਦੋ ਤਰ੍ਹਾਂ ਦੀ ਸੋਚ ਹੁੰਦੀ ਹੈ। ਇੱਕ ਸਾਡੀ ਹੁੰਦੀ ਹੈ ਨॉन ਲੀਨੀਅਰ ਸੋਚ, ਇੱਕ ਹੁੰਦੀ ਹੈ ਲੀਨੀਅਰ। ਲੀਨੀਅਰ ਕਿਹੜੀ ਹੈ? ਕੰਜ਼ਰਵੇਟਿਵ, ਕਿ ਜਿਵੇਂ ਚੱਲ ਰਹੀ ਹੈ ਲਾਈਨ ਚੱਲਣ ਦਿਓ। ਤੇ ਨॉन ਲੀਨੀਅਰ ਕਿਹੜੀ ਹੁੰਦੀ ਹੈ? ਜਿਹੜੀ ਅਸੀਂ ਇੱਕ ਅਲੱਗ ਸੋਚ ਲੈ ਕੇ ਆਉਂਦੇ ਹਾਂ। ਇਨੋਵੇਟਰ ਸ਼ਬਦ ਨॉन ਲੀਨੀਅਰ ਥਿੰਕਿੰਗ ਨਾਲ ਜੁੜਿਆ ਹੋਇਆ, ਹਟ ਕੇ ਸੋਚਦਾ, ਜਿਹੜਾ ਅਲੱਗ ਤੋਂ ਸੋਚਦਾ, ਉਹਨੂੰ ਆਪਾਂ ਇਨੋਵੇਟਰ ਕਹਿੰਦੇ। ਤਾਂ ਗਾਂਧੀ ਜੀ ਇਨੋਵੇਟਰ ਸੀਗੇ, ਲੇਟਰਲ ਥਿੰਕਿੰਗ ਵਾਲਾ ਉਹੀ ਚੀਜ਼ ਹੈ। ਤਾਂ ਗਾਂਧੀ ਜੀ ਇਨੋਵੇਟਰ ਸੀਗੇ, ਨਾ ਕਿ ਕੰਜ਼ਰਵੇਟਿਵ ਅਪਰੋਚ ਵਾਲੇ ਸੀ। ਇਹ ਧਿਆਨ ਰੱਖਣਾ। Though some of his colleagues thought his program of limited social reform too slow, he succeeded in shifting the whole emphasis of Hindu thought towards a popular and equalitarian social order in place of the hierarchy of class and caste। ਲਾਈਨ ਸਮਝੋ ਜੀ। ਉਹਨਾਂ ਦੇ ਕੁਝ ਕੋਲੀਗ, ਉਹਨਾਂ ਦੇ ਸਾਥੀ, ਉਹਨਾਂ ਦੇ ਜਿਹੜੇ ਪ੍ਰੋਗਰਾਮ ਸੀਗੇ, ਗਾਂਧੀ ਜੀ ਦੇ ਪ੍ਰੋਗਰਾਮ ਕਿਹੜੇ ਸੀ? ਆਹੀ ਸੀ ਕਿ ਆਪਾਂ ਵਿਮਨਸ ਨੂੰ ਰਾਈਟ ਦਿਓ, ਅੰਡਰਡੌਗ ਦੀ ਸਪੋਰਟ ਕਰੋ, ਹੈ ਨਾ, ਕਾਸਟ ਸਿਸਟਮ 'ਚ ਬਿਲੀਵ ਨਾ ਕਰੋ। ਇਹ ਸਾਰੀਆਂ ਗੱਲਾਂ ਉਹਨਾਂ ਦੇ ਕੁਲੀਗ ਕੀ ਕਹਿੰਦੇ ਸੀ ਕਿ ਇਹਦੇ ਨਾਲ ਨਾ ਬੜਾ ਸਲੋ ਆਊਗਾ ਸਮਾਜ ਦੇ ਵਿੱਚ ਸੁਧਾਰ, ਸੋਸ਼ਲ ਰਿਫਾਰਮ ਟੂ ਸਲੋ। ਇਹ ਗੱਲਾਂ ਨਾਲ ਸਮਾਜ ਦੇ ਵਿੱਚ ਜਿਹੜਾ ਸੁਧਾਰ ਆਊਗਾ ਬੜਾ ਸਲੋ ਆਊਗਾ, ਉਹਨਾਂ ਦੇ ਕੁਲੀਗ ਇਹ ਸੋਚਦੇ ਸੀ। ਪਰ ਫਿਰ ਵੀ ਗਾਂਧੀ ਜੀ ਨੇ ਇੱਕ ਜਗ੍ਹਾ ਸਫਲਤਾ ਹਾਸਲ ਕੀਤੀ, ਸਫਲਤਾ ਹਾਸਲ ਕੀਤੀ। ਕਿਵੇਂ? ਕਿ ਉਹਨਾਂ ਨੇ ਹਿੰਦੂ ਥਾਟ ਦਾ ਸਾਰਾ, ਮਤਲਬ ਕਿ ਸਾਰੇ ਸਾਡੇ ਭਾਰਤੀ ਲੋਕਾਂ ਦੀ ਸੋਚ ਕਿੱਧਰ ਨੂੰ ਸ਼ਿਫਟ ਕਰਤੀ? ਇਕੁਅਲਿਟੇਰੀਅਨ ਸੋਸ਼ਲ ਆਰਡਰ ਵੱਲ। ਇਕੁਅਲਿਟੇਰੀਅਨ ਸ਼ਬਦ ਦੇਖੋ, ਇਕੁਅਲ ਤੋਂ ਬਣਦਾ ਬੇਟਾ, ਇਕੁਅਲ ਤੋਂ ਇਕੁਅਲਿਟੇਰੀਅਨ ਬਣਦਾ। ਇਕੁਅਲ ਦਾ ਮਤਲਬ ਕੀ ਹੁੰਦਾ ਹੈ? ਬਰਾਬਰ। ਤਾਂ ਇਕੁਅਲਿਟੇਰੀਅਨ ਦਾ ਮਤਲਬ ਵੀ ਬਰਾਬਰ ਹੀ ਹੁੰਦਾ ਹੈ, ਬਟ ਇਹ ਇੱਕ ਐਡਜੈਕਟਿਵ ਹੈ, ਠੀਕ ਹੈ ਨਾ। ਜਦੋਂ ਸਾਰਾ ਸਮਾਜ ਬਰਾਬਰੀ ਦੇ ਸਿਧਾਂਤ ਤੇ ਖੜਾ ਹੁੰਦਾ, ਉਹਨੂੰ ਆਪਾਂ ਕਹਿੰਦੇ ਆ ਜੀ ਇਕੁਅਲਿਟੇਰੀਅਨ ਸੋਸ਼ਲ ਆਰਡਰ। ਤਾਂ ਗਾਂਧੀ ਜੀ ਨੇ ਸਾਡੇ ਸਾਰੇ ਭਾਰਤੀ ਲੋਕਾਂ ਦੀ ਸੋਚ ਕਿੱਧਰ ਸ਼ਿਫਟ ਕਰਤੀ ਜੀ?
ਕਿ ਅਸੀਂ ਬਰਾਬਰੀ ਦੇ ਸਿਧਾਂਤ ਤੇ ਖੜੀਏ। ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਕੋਈ ਜਾਤ ਪਾਤ ਨਹੀਂ, ਕੋਈ ਮਾੜਾ ਨਹੀਂ, ਕੋਈ ਚੰਗਾ ਨਹੀਂ, ਸਾਰੇ ਬੰਦੇ ਬਰਾਬਰ ਨੇ, ਸਭ ਨੂੰ ਰਾਈਟਸ ਦਿਓ, ਇਸਤਰੀਆਂ ਨੂੰ ਰਾਈਟਸ ਦਿਓ। ਜਦੋਂ ਆਪਾਂ ਬੇਟਾ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਖੜਾ ਕਰਤਾ, ਇੱਕ ਗਰੀਬ ਬੰਦੇ ਨੂੰ ਅਮੀਰ ਬੰਦੇ ਦੇ ਬਰਾਬਰ ਖੜਾ ਕਰਤਾ ਆਪਾਂ ਨੇ ਸੋਸ਼ਲ ਆਰਡਰ 'ਚ, ਤਾਂ ਫਿਰ ਉਹ ਸੋਸ਼ਲ ਆਰਡਰ ਕਿੱਦਾਂ ਦਾ ਹੋ ਗਿਆ? ਇਕੁਅਲ ਹੋ ਗਿਆ, ਬਰਾਬਰੀ ਦਾ ਸਿਧਾਂਤ ਆ ਗਿਆ। ਉਹਨੂੰ ਆਪਾਂ ਇਕੁਅਲਿਟੇਰੀਅਨ ਸੋਸ਼ਲ ਆਰਡਰ ਕਹਿੰਦੇ ਹਾਂ। ਤਾਂ ਗਾਂਧੀ ਜੀ ਨੇ ਇਸ ਚੀਜ਼ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਕਿ ਉਹਨਾਂ ਨੇ ਜਿਹੜਾ ਸਾਡਾ ਥਾਟ ਪ੍ਰੋਸੈਸ ਸੀਗਾ, ਸਾਡੇ ਭਾਰਤੀ ਲੋਕਾਂ ਦਾ, ਹਿੰਦੂ ਲੋਕਾਂ ਦਾ ਜਿਹੜਾ ਥਾਟ, ਇੱਥੇ ਹਿੰਦੂ ਲੋਕਾਂ ਦਾ ਮਤਲਬ ਤੁਸੀਂ ਹਿੰਦੂ ਨਾ ਸਮਝੋ, ਇੱਥੇ ਉਹ ਭਾਰਤੀ ਲੋਕਾਂ ਦੀ ਗੱਲ ਕਰ ਰਹੇ ਕਿ ਜਿੰਨੇ ਸਾਡੇ ਭਾਰਤ ਦੇ ਲੋਕ ਸੀਗੇ, ਉਹਨਾਂ ਦੇ ਥਾਟ ਪ੍ਰੋਸੈਸ ਦੇ ਵਿੱਚ ਚੇਂਜ ਲੈ ਕੇ ਆਏ। ਅਸੀਂ ਬਰਾਬਰ ਰਾਈਟਸ ਦੇਣੇ ਆ ਸਾਰਿਆਂ ਨੂੰ, ਤਾਂ ਇਕੁਅਲਿਟੇਰੀਅਨ ਸੋਸ਼ਲ ਆਰਡਰ ਆ ਗਿਆ। ਤਾਂ ਇਕੁਅਲਿਟੇਰੀਅਨ ਪਤਾ ਲੱਗ ਗਿਆ। ਇਹ ਸ਼ਬਦਾਂ ਦੇ ਬੇਟਾ ਮੈਂ ਕਿਉਂ ਫੋਕਸ ਦੇ ਰਿਹਾ, ਬਿਕੋਜ਼ ਇਹ ਸ਼ਬਦ ਬੜੇ ਇੰਪੋਰਟੈਂਟ ਨੇ, ਇਹ ਵੋਕੈਬਲਰੀ ਬਿਲਡਿੰਗ ਵਾਲੇ ਸ਼ਬਦ ਨੇ। ਇਨੋਵੇਟਰ, ਕੰਜ਼ਰਵੇਟਿਵ, ਇਕੁਅਲਿਟੇਰੀਅਨ, ਇਹ ਸ਼ਬਦ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ, ਤੁਹਾਨੂੰ ਪਤਾ ਹੋਣੇ ਚਾਹੀਦੇ ਨੇ ਇਲੈਕਟਿਵ ਵਾਲੇ ਸਟੂਡੈਂਟਸ ਨੂੰ। Following up the work of many less well-known 19th century reformers, Gandhi and his followers of Indian National Congress have given new orientation and new life to Hindu culture after centuries of stagnation. देखो 9वीं सदी तक बहुत घट वर्क होए, many less well-known, many less, इत्थे many नहीं है, many less है, ਤਾਂ many less उल्टा हो गया many ਦਾ, कि बहुत घट सोशल रिफॉर्म ਦੇ वर्क ਹੋਏ, बहुत घट सोशल रिफॉर्मर ਹੋਏ, समाज सुधारक ਹੋਏ। ਪਰ ਉਸ ਤੋਂ ਬਾਅਦ ਗਾਂਧੀ ਜੀ ਤੇ ਉਹਨਾਂ ਦੇ ਫੋਲੋਅਰਸ, ਉਹਨਾਂ ਦੇ ਅਨੁਆਈਆਂ ਨੇ, ਜੋ ਕਿ ਇੰਡੀਅਨ ਨੈਸ਼ਨਲ ਕਾਂਗਰਸ ਸੀ, ਤੁਹਾਨੂੰ ਪਤਾ ਹੈ INC, ਇੰਡੀਅਨ ਨੈਸ਼ਨਲ ਕਾਂਗਰਸ ਨੂੰ ਕਹਿੰਦੇ ਨੇ। INC ਦੇ ਹੋਰ ਬਹੁਤ ਸਾਰੇ ਮੈਂਬਰ ਸੀ ਜਿਹੜੇ ਗਾਂਧੀ ਜੀ ਨੂੰ ਆਪਣਾ ਗੁਰੂ ਮੰਨਦੇ ਸੀ, ਉਹਨਾਂ ਦੇ ਉਹ ਫੋਲੋਅਰ ਸੀਗੇ। ਉਹਨਾਂ ਨੇ ਫਿਰ ਨਿਊ ਓਰੀਐਂਟੇਸ਼ਨ, ਨਵੀਂ ਸੇਧ ਦਿਖਾਈ। ਓਰੀਐਂਟੇਸ਼ਨ ਦਾ ਮਤਲਬ ਹੁੰਦਾ ਬੇਟਾ ਸੇਧ, ਇਹ ਨਵੀਂ ਸੇਧ ਦਿਖਾਈ ਕਿਹਨੂੰ? ਹਿੰਦੂ ਕਲਚਰ ਨੂੰ, ਸਾਡੇ ਇੰਡੀਅਨ ਕਲਚਰ ਨੂੰ। ਇੱਥੇ ਹਿੰਦੂ ਕਲਚਰ ਦਾ ਮਤਲਬ ਇੰਡੀਅਨ ਕਲਚਰ ਹੈ, ਕਿ ਸਾਡੇ ਭਾਰਤੀ ਕਲਚਰ ਨੂੰ ਇੱਕ ਨਵੀਂ ਸੇਧ ਦਿਖਾਈ, ਜਿਹੜੀ ਕਿ ਸਦੀਆਂ ਤੋਂ ਖੜੀ ਸੀ। ਸੈਂਚਰੀਜ਼ ਆਫ ਸਟੈਗਨੇਸ਼ਨ, ਸਟੈਗਨੇਸ਼ਨ ਦਾ ਮਤਲਬ ਹੁੰਦਾ ਬੇਟਾ ਖੜੋਤ। ਸਾਡਾ ਭਾਰਤੀ ਕਲਚਰ ਸਦੀਆਂ ਤੋਂ ਉੱਥੇ ਹੀ ਖੜਾ ਸੀ, ਕੰਜ਼ਰਵੇਟਿਵ ਅਪਰੋਚ ਨਾਲ ਖੜਾ ਸੀ, ਰੂੜੀਵਾਦੀ ਅਪਰੋਚ ਨਾਲ ਖੜਾ ਸੀ। ਨਹੀਂ ਔਰਤਾਂ ਨੂੰ ਕਿਚਨ ਤੋਂ ਬਾਹਰ ਨਹੀਂ ਕੱਢਣਾ, ਨਹੀਂ ਗਰੀਬ ਲੋਕਾਂ ਨੂੰ ਗਰੀਬ ਰਹਿਣ ਦਿਓ। ਇਹ ਸਾਡੇ ਭਾਰਤੀ ਲੋਕਾਂ ਦੀ ਪੁਰਾਣੀ ਸੋਚ ਸੀ, ਕੰਜ਼ਰਵੇਟਿਵ ਅਪਰੋਚ ਸੀ। ਲੇਕਿਨ ਇਸ ਨੂੰ ਨਵੀਂ ਸੇਧ ਕਿਹਨੇ ਦਿਖਾਈ, ਓਰੀਐਂਟੇਸ਼ਨ ਕਿਹਨੇ ਦਿੱਤੀ? ਗਾਂਧੀ ਜੀ ਨੇ ਤੇ ਉਹਨਾਂ ਦੇ ਫੋਲੋਅਰਸ, ਜਿਹਦੇ ਨਾਲ ਅੱਜ ਜਿਹੜਾ ਤੁਸੀਂ ਬੇਟਾ ਸਮਾਜ ਦੇਖ ਰਹੇ ਹੋ, ਇਹ ਇਹਨਾਂ ਲੋਕਾਂ ਦੀ ਉਹ ਦੇਣ ਹੈ। ਨਹੀਂ ਇਹੋ ਜਿਹੇ ਵੀ ਹਾਲਾਤ ਹੋਏ ਨੇ ਕਿ ਇੱਕ ਮਾੜਾ ਬੰਦਾ, ਉਹਨੂੰ ਮੰਦਿਰਾਂ 'ਚ ਵੜਨ ਦੀ ਐਂਟਰੈਂਸ ਪਰਮਿਸ਼ਨ ਨਹੀਂ ਸੀ, ਪਤਾ ਤੁਹਾਨੂੰ? ਇਹ ਹਾਲਾਤ ਸੀਗੇ। ਸਕੂਲਾਂ 'ਚ ਨਹੀਂ ਸੀ ਪੜ੍ਹ ਸਕਦਾ। ਅੱਜ ਤੁਸੀਂ ਦੇਖੋ, ਬਿਨਾਂ ਜਾਤ ਪਾਤ ਦੇ ਭੇਦਭਾਵ ਤੋਂ ਤੁਸੀਂ ਸਕੂਲਾਂ 'ਚ ਪੜ੍ਹ ਰਹੇ ਹੋ। ਅਸੀਂ ਵੀ ਤੁਹਾਨੂੰ ਪੜ੍ਹਾਉਂਦੇ ਹਾਂ, ਕੋਈ ਭੇਦਭਾਵ ਨਹੀਂ, ਨਾ ਟੀਚਰ ਵੱਲੋਂ ਨਾ ਸਮਾਜ ਵੱਲੋਂ। ਤਾਂ ਇਹ ਕਿਵੇਂ ਫਟਾਫਟ ਹੋ ਗਿਆ? ਇਹ ਆਰਾਮ ਨਾਲ ਹੋ ਗਿਆ? ਨਹੀਂ ਹੋਇਆ ਬੇਟਾ। ਇਹ ਸਾਡੇ ਇਹਨਾਂ ਲੋਕਾਂ ਦੀ ਦੇਣ ਹੈ। ਇਹ ਸਾਡੇ ਜਿਹੜੇ ਇਸ ਤਰ੍ਹਾਂ ਦੇ ਵਿਚਾਰ ਰੱਖਦੇ ਸੀਗੇ, ਇਹ ਉਹਨਾਂ ਲੋਕਾਂ ਦੀ ਦੇਣ ਕਿ ਅੱਜ ਅਸੀਂ ਸਾਰੇ ਜਣੇ ਇਕੱਠੇ ਬੈਠ ਕੇ ਇੱਕ ਥਾਂ ਤੇ ਆਪਣੇ ਖੁਸ਼ੀਆਂ, ਆਪਣੀ ਗਮੀਆਂ ਸਾਂਝੀਆਂ ਕਰਦੇ ਹਾਂ, ਅਸੀਂ ਪੜ੍ਹਦੇ ਵੀ ਹਾਂ। ਤਾਂ ਇਹ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਆਈਆਂ ਨੇ। ਤਾਂ ਸਾਡੇ ਸਮਾਜ ਦੇ ਵਿੱਚ ਜਿਹੜੀ ਓਰੀਐਂਟੇਸ਼ਨ ਆਈ ਹੈ, ਉਹਦੇ ਵਿੱਚ ਗਾਂਧੀ ਜੀ ਤੇ ਉਹਨਾਂ ਦੇ ਫੋਲੋਅਰਸ ਦਾ ਬਹੁਤ ਵੱਡਾ